कि श्री गुरु नानक देव जी जिहड़े ने वो सिख धर्म के बानी आ और वो पहले गुरु ने साडे ते उन्होंने ये कहते हैं कि उन्होंने हिंदू रीति रिवाज का विरोध नहीं किया। जे विरोध नहीं किया तो उन्होंने सब तो पहला जनेऊ क्यों नहीं पाया। जिहड़ा राइटर है वो सारे दे हवाले दे के ते अगों फिर वो कहता है कि इत्थों ये साबित होंदा श्री गुरु नानक देव जी ने ना तो कोई धर्म ग्रंथ तैयार किया ते ना ही कोई उन्होंने वखरा धर्म चलाया। फिर पंचम पातशाह बारे लिखा कि उन्होंने जिहड़ी शहादत सी वो तो जी सिर्फ एक राजनीति करके हुई सी, धर्म करके नहीं हुई। फिर अगे गुरु गोबिंद सिंह ने उन्हें जी जड़ा ना वो खालसे की सिरजना जी सी जट बरादरी नूं नाल रखण वास्ते की सी। अगे लिखा कि बाबा बंदा सिंह बहादुर औरतां दी इज्जतां लुट्टण वाला खून का मजलूमां दा खून चूसण वाला एक राक्षस सी। सत श्री अकाल, तुसीं दा अनम्यूट देख रहे हो तो मैं आ रवि संगराहूर। मेरे हत्थ 'च एक किताब है। ये किताब साडे बच्चे जिहड़े 12वीं क्लास ਦੇ ਵਿੱਚ ਪੜ੍ਹਦੇ ਆ ਉਹਨਾਂ ਦੇ ਇਤਿਹਾਸ ਦੀ ਕਿਤਾਬ ਆ। ਕਹਿੰਦੇ ਬੱਚਿਆਂ ਨੂੰ ਇਤਿਹਾਸ ਜਾਣਨਾ ਬੜਾ ਜ਼ਰੂਰੀ ਆ। ਇਹਦਾ ਕਵਰ ਪੇਜ ਦਿਖਾ ਦਈਏ ਇੱਕ ਵਾਰ। ਪੰਜਾਬ ਦਾ ਇਤਿਹਾਸ 12ਵੀਂ ਕਲਾਸ ਲਈ ਸਮੈਸਟਰ 1 ਅਤੇ 2 ਦੋ ਸਮੈਸਟਰਾਂ ਦਾ ਹੈ ਔਰ ਇਹ ਬੱਚੇ ਪੜ੍ਹ ਰਹੇ ਨੇ। ਜੇਕਰ ਤੁਹਾਡੇ ਬੱਚੇ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪੜ੍ਹ ਰਹੇ ਨੇ ਤਾਂ ਉਹ ਇਹ ਕਿਤਾਬ ਪੜ੍ਹ ਰਹੇ ਹੋਣਗੇ। ਪਰ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਇਹ ਹਾਈਲਾਈਟਡ ਕੀਤੀਆਂ ਹੋਈਆਂ। ਇੱਕ ਵਾਰ ਕੈਮਰੇ ਨਾਲ ਦਿਖਾ ਦਿਓ। ਇਹ ਹਾਈਲਾਈਟਡ ਕੀਤੀਆਂ। ਹਾਈਲਾਈਟਡ ਕਿਉਂ ਕੀਤੀਆਂ? ਕਿਉਂਕਿ ਇਹ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ। ਇਹ ਬੱਚਿਆਂ ਨੂੰ ਨਹੀਂ ਪੜ੍ਹਾਇਆ ਜਾਣਾ ਚਾਹੀਦਾ। ਇਹ ਅਸੀਂ ਨਹੀਂ ਕਹਿ ਰਹੇ, ਇਹ ਸਾਡੇ ਸਿੱਖ ਵਿਦਵਾਨ ਸਿੱਖ ਸੰਸਥਾਵਾਂ ਕਹਿ ਰਹੀਆਂ ਨੇ ਜਿਹੜੀਆਂ ਅੱਜ ਦਾ ਵਿਰੋਧ ਕਰ ਰਹੀਆਂ। ਮੈਂ ਖੜਾ ਇਸ ਵੇਲੇ ਪੰਜਾਬ ਸਕੂਲ ਸਿੱਖਿਆ ਦਫ਼ਤਰ ਦੇ ਮੂਹਰੇ ਔਰ ਗੇਟ ਦੇ ਬਾਹਰ ਧਰਨਾ ਲੱਗਾ ਹੋਇਆ। ਦੂਜੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਇੱਕ ਵਾਰ ਕਿ ਧਰਨਾ ਲੱਗਾ ਹੋਇਆ ਕਾਫੀ ਸਮੇਂ ਤੋਂ। ਤੁਹਾਨੂੰ ਵੀ ਉਹਦਾ ਪਤਾ ਹੈ ਕਿ ਧਰਨਾ ਲੱਗਾ ਹੋਇਆ ਔਰ ਇਹ 7 ਫਰਵਰੀ ਤੋਂ ਸ਼ੁਰੂ ਹੋਇਆ ਧਰਨਾ। ਉਸਦੇ ਉਹ ਉਦੋਂ ਧਰਨਾ ਸ਼ੁਰੂ ਹੋ ਗਿਆ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਹੁਣ ਸਰਕਾਰ ਚੇਂਜ ਹੋ ਗਈ, ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਔਰ ਉਹਨਾਂ ਨੇ ਹਾਲੇ ਤੱਕ ਆਪਣਾ ਸਿੱਖਿਆ ਮੰਤਰੀ ਚੁਣਿਆ ਵੀ ਨਹੀਂ। ਔਰ ਇਸ ਦੇ ਵਿੱਚ ਕੀ ਕੁਝ ਚੇਂਜ ਹੋਣੇ ਚਾਹੀਦੇ ਆ। ਇੱਕ ਤਾਂ ਇਹਦੇ ਤੇ ਵੀ ਗੱਲ ਕਰਾਂਗੇ ਕਿ ਇਹਦੇ ਵਿੱਚ ਗਲਤ ਕੀ ਆ। ਇਸ ਤੋਂ ਬਿਨਾਂ ਸਰਕਾਰ ਨੇ ਪਿਛਲੀ ਦੀ ਭੂਮਿਕਾ ਕੀ ਰਹੀ, ਉਸ ਤੋਂ ਪਿਛਲੀ ਸਰਕਾਰ ਦੀ ਭੂਮਿਕਾ ਕੀ ਰਹੀ ਇਹਨਾਂ ਨੂੰ, ਕਿਉਂਕਿ ਇਹ ਅੱਜ ਦਾ ਧਰਨਾ ਨਹੀਂ, ਇਹ ਬਹੁਤ ਸਮੇਂ ਤੋਂ ਚਿੱਠੀ ਪੱਤਰ ਦੇ ਰਾਹੀਂ ਲਗਾਤਾਰ ਇਹ ਚੀਜ਼ਾਂ ਚੱਲ ਰਹੀਆਂ ਸੀ। ਮੇਰੇ ਨਾਲ ਇਸ ਵੇਲੇ ਬਲਦੇਵ ਸਿੰਘ ਸਿਰਸਾ ਸਾਹਿਬ ਨੇ ਜਿਨ੍ਹਾਂ ਦੀ ਨੇਤਰਤਵ ਦੇ ਵਿੱਚ ਜਿਨ੍ਹਾਂ ਦੇ ਦੇਖ ਰੇਖ ਦੇ ਵਿੱਚ ਇਹ ਧਰਨਾ ਲੱਗਿਆ ਔਰ ਮੁਖੀ ਕਹਿ ਸਕਦੇ ਹਾਂ ਇਸ ਧਰਨੇ ਦੇ। ਸਿਰਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਿਰਸਾ ਸਾਹਿਬ ਕਾਫੀ ਚੀਜ਼ਾਂ ਹਾਈਲਾਈਟਡ ਕੀਤੀਆਂ ਹੋਈਆਂ ਨੇ, ਮੇਨ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਸਾਨੂੰ ਇਹ ਸਮਝਾਓ ਕਿ ਇਹਦੇ ਵਿੱਚ ਕਿਸ ਤਰੀਕੇ ਨਾਲ ਗਲਤ ਲਿਖਿਆ ਗਿਆ ਔਰ ਇਹਦੇ ਵਿੱਚ ਠੀਕ ਕੀ ਹੋਣਾ ਚਾਹੀਦਾ ਸੀ। ਇਹ 'ਚ ਬਹੁਤ ਗਲਤ ਲਿਖਿਆ ਗਿਆ। ਜਿਸ ਤਰ੍ਹਾਂ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸੀ ਜੀ ਤੇ ਅੱਗੇ ਨਾਲ ਸਵਾਲ ਵੀ ਕੀਤਾ ਹੈ ਕਿ ਜਾਂ ਕ੍ਰਾਂਤੀਕਾਰੀ। ਹੁਣ ਸੁਧਾਰਕ ਅਸੀਂ ਕਿਹਨੂੰ ਕਹਿੰਦੇ ਤੇ ਕ੍ਰਾਂਤੀਕਾਰੀ ਨੂੰ ਕਹਿੰਦੇ ਵੀ ਨਵਾਂ ਚੀਜ਼ ਉਹਨਾਂ ਕੋਈ ਨਹੀਂ ਕੀਤਾ। ਕਹਿੰਦੇ ਨੇ ਵੀ ਇਹਦਾ ਜਿਹੜਾ ਉਹ ਕਹਿੰਦੇ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ। ਮੈਂ ਇੱਥੇ ਹਿੰਦੂ ਧਰਮ ਦੇ ਖਿਲਾਫ ਨਹੀਂ ਬੋਲ ਰਿਹਾ, ਮੈਂ ਸਿਰਫ ਉਹ ਗੱਲ ਕਰ ਰਿਹਾ ਕਿ ਜਿਹੜੀ ਸਿਧਾਂਤਕ ਪੱਖੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਉਹ ਸਿੱਖ ਧਰਮ ਦੇ ਬਾਨੀ ਆ ਔਰ ਉਹ ਪਹਿਲੇ ਗੁਰੂ ਨੇ ਸਾਡੇ ਤੇ ਉਹਨਾਂ ਨੇ ਇਹ ਕਹਿੰਦੇ ਕਿ ਉਹਨਾਂ ਨੇ ਹਿੰਦੂ ਰੀਤੀ ਰਿਵਾਜ ਦਾ ਵਿਰੋਧ ਨਹੀਂ ਕੀਤਾ। ਜੇ ਵਿਰੋਧ ਨਹੀਂ ਕੀਤਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ। ਜਦੋਂ ਉਹ ਸੂਰਜ ਨੂੰ ਪਾਣੀ ਪਾ ਰਹੇ ਨੇ ਉਹ ਦੂਸਰੇ ਪਾਸੇ ਨੂੰ ਪਾ ਰਹੇ ਨੇ। ਉਹਨਾਂ ਨੇ ਜਿੱਥੇ ਵੀ ਗਏ ਨੇ, ਜੇ ਉਹ ਕੁਰਸ਼ੇਤਰ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਕੀ ਕੀਤਾ ਵੀ ਅੱਗ ਇੱਥੇ ਗ੍ਰਹਿਣ ਲੱਗਾ, ਅੱਗ ਨਹੀਂ ਬਲਣੀ, ਉਹਨਾਂ ਨੇ ਉੱਥੇ ਵੀ ਸਭ ਕੀਤਾ। ਹਰ ਥਾਂ ਦੇ ਉੱਤੇ ਨੇ ਜਿਹੜਾ ਜਾ ਕੇ ਉਹਨਾਂ ਨੂੰ ਦੱਸਿਆ, ਸਿੱਧੇ ਰਾਹ ਪਾਇਆ ਉਹਨਾਂ ਮਤਲਬ ਕਿ ਉਸ ਵੇਲੇ ਪੁਜਾਰੀਆਂ ਜਿਹੜੇ ਆਪਣਾ ਤੋਰੀ ਫੁਲਕਾ ਚਲਾਉਂਦੇ ਸੀ। ਫਿਰ ਇਹ ਜਿਹੜਾ ਰਾਈਟਰ ਹੈ ਉਹ ਸਾਰਿਆਂ ਦੇ ਹਵਾਲੇ ਦੇ ਕੇ ਤੇ ਅੱਗੋਂ ਫਿਰ ਉਹ ਕਹਿੰਦਾ ਹੈ ਕਿ ਇੱਥੋਂ ਇਹ ਸਾਬਤ ਹੁੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਤਾਂ ਕੋਈ ਧਰਮ ਗ੍ਰੰਥ ਤਿਆਰ ਕੀਤਾ ਤੇ ਨਾ ਹੀ ਕੋਈ ਉਹਨਾਂ ਨੇ ਵੱਖਰਾ ਧਰਮ ਚਲਾਇਆ। ਹੁਣ ਜੇ ਵੱਖਰਾ ਉਹਨਾਂ ਨੇ ਗ੍ਰੰਥ ਨਹੀਂ ਤਿਆਰ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਉਹ ਸ਼ੁਰੂ ਕਿਹੜੇ ਗੁਰੂ ਤੋਂ ਹੁੰਦੀ ਆ? ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ। ਜਿਹੜੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਆ, ਜਿਹੜੀ ਜਪਜੀ ਸਾਹਿਬ ਦਾ ਜਪ ਜਿਹੜਾ ਹੈਗਾ ਹੈ ਉਹ ਇੱਕ ਓਂਕਾਰ ਜਿਹੜਾ ਹੈ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਜਿਹੜੀ ਬਾਣੀ ਆ ਇਹ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਆ। ਇਹ ਠੀਕ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਮਤਲਬ ਕਿ ਜਿਹੜਾ ਸੀ ਸਾਰੇ ਭਗਤਾਂ ਗੁਰੂ ਸਾਹਿਬਾਂ ਦੀ ਤੇ ਭਗਤਾਂ ਦੀ ਬਾਣੀ ਜਿਹੜੀ ਸੀ ਉਹ ਇਕੱਠੀ ਕਰਕੇ ਤੇ ਜਿਹੜੀ ਸੀ ਉਹ ਇੱਕ ਬੀੜ ਤਿਆਰ ਕਰ ਦਿੱਤੀ।
ਜਿਹਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਮੰਨਦੇ ਆ। ਸੋ ਉਹਨਾਂ ਨੇ ਬੜਾ ਠੋਕ ਕੇ ਜਿਹੜਾ ਸੀ ਉਹ ਵਿਰੋਧ ਕੀਤਾ, ਲੇਕਿਨ ਇਹਦੇ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਮੁੱਢੋਂ ਹੀ ਰੱਦ ਕਰਤਾ। ਫਿਰ ਪੰਚਮ ਪਾਤਸ਼ਾਹ ਬਾਰੇ ਲਿਖਿਆ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਸੀ ਉਹ ਤਾਂ ਜੀ ਸਿਰਫ ਇੱਕ ਰਾਜਨੀਤੀ ਕਰਕੇ ਹੋਈ ਸੀ, ਧਾਰਮ ਕਰਕੇ ਨਹੀਂ ਹੋਈ। ਸੋ ਉਹਨਾਂ ਵਾਸਤੇ ਇਸ ਤਰ੍ਹਾਂ ਬੋਲਣਾ। ਫਿਰ ਆਪਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਬਾਰੇ ਕਹਿਣਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੰਗਾਲ ਤੋਂ ਵਾਪਸ ਆਏ ਤਾਂ ਵਿਦਰੋਹੀ ਹੋ ਗਏ। ਉਹਨਾਂ ਨੇ ਸਤਲੁਜ ਤੇ ਜਿਹੜਾ ਇਹ ਹਾਂਸੀ ਦਾ ਇਲਾਕਾ ਸੀ ਇਹਦੇ ਵਿੱਚ ਉਹਨਾਂ ਨੇ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਕਤਲੋਗਾਰ ਸ਼ੁਰੂ ਕਰਤੀ ਤੇ ਉਹਨਾਂ ਨੂੰ ਫੜ ਕੇ ਜਿਹੜਾ ਸੀ ਫਿਰ ਉਹ ਜੇਲ੍ਹ 'ਚ ਬੰਦ ਕਰ ਗਵਾਲੀਅਰ ਦੀ ਜੇਲ੍ਹ 'ਚ ਬੰਦ ਕੀਤਾ ਗਿਆ। ਅੱਗੇ ਲਿਖਿਆ ਕਿ ਉਹਨਾਂ ਨੂੰ ਫਿਰ ਉੱਥੇ ਸਰੀਰ ਦੇ 4 ਟੁਕੜੇ ਕਰਕੇ ਗਵਾਲੀਅਰ ਦੇ ਕਿਲੇ ਦੇ 4 ਦਰਵਾਜ਼ਿਆਂ ਨਾਲ ਟੰਗੇ ਗਏ। ਐਡਾ ਅਨਰਥ, ਐਡਾ ਮਾੜਾ ਗਲਤ ਇਤਿਹਾਸ ਲਿਖਣਾ। ਫਿਰ ਅੱਗੇ ਗੁਰੂ ਗੋਬਿੰਦ ਸਿੰਘ ਜੀ ਉਹਨੇ ਜੀ ਜਿਹੜਾ ਨਾ ਉਹ ਖਾਲਸੇ ਦੀ ਸਿਰਜਣਾ ਜਿਹੜੀ ਸੀ ਜੱਟ ਬਰਾਦਰੀ ਨੂੰ ਨਾਲ ਰੱਖਣ ਵਾਸਤੇ ਕੀਤੀ ਸੀ, ਕਿਉਂਕਿ ਜੱਟ ਸੁਭਾਅ ਦੇ ਬੜੇ ਲੜਾਕੇ ਨੇ ਤੇ ਉਹਨਾਂ ਨੇ ਆਪਣੇ ਪਿਤਾ ਦਾ ਬਦਲਾ ਲੈਣਾ ਸੀ ਤਾਂ ਕੀਤੀ ਗਈ। ਕਿੱਥੋਂ ਕਿੱਥੋਂ ਦੇ 5 ਪਿਆਰੇ ਵੱਖ-ਵੱਖ ਬਰਾਦਰੀਆਂ 'ਚੋਂ ਸਾਰਿਆਂ 'ਚੋਂ ਕਿਸ ਤਰ੍ਹਾਂ ਉਹਨਾਂ ਖਾਲਸੇ ਦੀ ਸਿਰਜਣਾ ਕੀਤੀ, ਸਾਡੇ ਸਵਾਲ ਨੂੰ ਇਤਿਹਾਸ ਹੈ। ਔਰ ਇਹ ਗੱਲ ਕਹਿਣੀ ਕਿ ਉਹਨਾਂ ਨੇ ਤਾਂ ਜੀ ਪਿਤਾ ਦਾ ਬਦਲਾ ਲੈਣਾ ਸੀ, ਇਹ ਖਤਮ ਕਰਨਾ ਇੱਕ ਕਿੱਡੀ ਵੱਡੀ ਸਾਜ਼ਿਸ਼। ਫਿਰ ਅੱਗੇ ਲਿਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ, ਖੂਨ ਦਾ ਮਜ਼ਲੂਮਾਂ ਦਾ ਖੂਨ ਚੂਸਣ ਵਾਲਾ ਇੱਕ ਰਾਖਸ਼ ਸੀ। ਇਹ ਕਿਤਾਬ ਫਿਰ ਇੱਕ ਬੰਦੇ ਨੇ ਨਹੀਂ ਲਿਖੀ, ਇੱਕ ਐਡੀਸ਼ਨ ਨਹੀਂ ਗਈ, ਇਹ 1998 ਤੋਂ ਲੈ ਕੇ ਲਗਾਤਾਰ ਪ੍ਰੋਫੈਸਰ ਮਾਨ ਦੀਆਂ ਕਿਤਾਬਾਂ ਆ ਰਹੀਆਂ ਨੇ, ਪ੍ਰੋਫੈਸਰ ਮਨਜੀਤ ਦੀਆਂ ਕਿਤਾਬਾਂ ਆ ਰਹੀਆਂ ਨੇ, ਇਸੇ ਤਰ੍ਹਾਂ ਏਸੀ ਅਰੋੜਾ ਦੀਆਂ ਆ ਰਹੀਆਂ ਨੇ, ਐਮ ਪਾਲ ਦੀਆਂ ਆ ਰਹੀਆਂ ਨੇ, ਐਸਪੀ ਸੱਭਰਵਾਲ ਦੀਆਂ ਆ ਰਹੀਆਂ ਨੇ, ਪੰਜਾਬੀ, ਹਿੰਦੀ, ਇੰਗਲਿਸ਼, ਮਤਲਬ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹ ਕਿਤਾਬਾਂ ਆ ਰਹੀਆਂ ਨੇ। ਐਡਾ ਵੱਡਾ ਅਨਰਥ ਤੇ ਇਹਦੋਂ ਵੱਡਾ ਹੋਰ ਕੀ ਹੋਣਾ, ਇਹ ਸਾਡੇ ਤੇ ਹਮਲਾ ਜਿਸ ਕਰਕੇ। ਹੁਣ ਤੱਕ ਕੁਝ ਕਾਰਵਾਈ ਹੋਈ ਇੱਥੇ? ਤੁਹਾਡੇ ਕੋਲੇ ਵਿਜੇਂਦਰ ਸਿੰਗਲਾ ਵੀ ਹੋ ਕੇ ਗਏ ਸੀਗੇ, ਆਪਣੇ ਪ੍ਰਗਟ ਸਿੰਘ ਵੀ ਹੋ ਕੇ ਗਏ ਸੀਗੇ, ਉਦੋਂ ਸਰਕਾਰ ਦੇ ਵਿੱਚ ਸੀ ਔਰ ਉਹ ਸਿੱਖਿਆ ਮੰਤਰੀ ਸੀਗੇ। ਹੁਣ ਅੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਉਹਨਾਂ ਨੇ ਹਾਲੇ ਤੱਕ ਆਪਣਾ ਸਿੱਖਿਆ ਮੰਤਰੀ ਨਹੀਂ ਲਾਇਆ। ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਇਹਦੇ ਵਿੱਚ ਸੁਧਾਰ ਹੋਇਆ ਸੀ? ਕੋਈ ਗੱਲ ਚੱਲੀ ਅੱਗੇ ਤੁਰੀ ਹੈ ਕਿ ਅਸੀਂ ਇਹਨੂੰ ਬਦਲਾਂਗੇ ਜਾਂ ਰੋਕ ਲਾਵਾਂਗੇ, ਕੋਈ ਇਸ ਤਰ੍ਹਾਂ ਦਾ? ਵਾਅਦੇ ਬੜੇ ਹੋ ਰਹੇ ਨੇ। ਔਰ ਇੱਕ ਕਿਤਾਬ ਦੀ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਦੀ ਕਿਤਾਬ ਦੀ ਪੜਤਾਲ ਹੋਈ ਸੀ, ਉਹ ਤੇ ਉਹਨਾਂ ਨੇ ਖੁਰਦ-ਬੁਰਦ ਕਰਤੀ ਸੀ। ਲੇਕਿਨ ਉਸ ਤੋਂ ਬਾਅਦ ਫਿਰ ਅਸੀਂ ਕਾਰਡੇ ਹੋ ਗਏ, ਫਿਰ ਆਪਣਾ ਰੂਪ ਵਿਖਾਇਆ ਵੀ ਜੇ ਤੁਸੀਂ ਇਸ ਤਰ੍ਹਾਂ ਹੀ ਕਰੋਗੇ ਤਾਂ ਫਿਰ ਕੰਮ ਵਿਗੜੇਗਾ। ਹੁਣ MS ਮਾਨ ਦੀ ਕਿਤਾਬ ਜਿਹੜੀ ਆ ਉਹਦੀ ਰਿਪੋਰਟ ਤਿਆਰ ਹੋ ਗਈ ਆ ਔਰ ਉਹ ਸੈਕਟਰੀ ਦੀ ਟੇਬਲ ਤੇ ਪਈ ਆ 5 ਮਾਰਚ ਦੀ ਲੈ ਕੇ, ਇੰਦਰਪਾਲ ਮਲਹੋਤਰਾ ਨੇ ਕੀਤੀ ਆ। ਉਹ ਰਿਪੋਰਟ ਹੀ ਅਜੇ ਤੱਕ ਓਪਨ ਨਹੀਂ ਕਰ ਰਹੇ, ਜਿਸ ਕਰਕੇ ਜਿਹੜਾ ਅਸੀਂ ਪਰਸੋਂ ਜਿਹੜਾ ਇਕੱਠ ਵੀ ਕਰ ਰਹੇ, ਇਸੇ ਕਰਕੇ ਹੀ ਜਿਹੜਾ ਕੀਤਾ ਜਾ ਰਿਹਾ ਕਿ ਤੁਸੀਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, 5 ਮਾਰਚ ਦੀ ਰਿਪੋਰਟ ਆ ਗਈ ਆ ਜਿਹੜੀ ਕੰਮ ਚਲਾਓ, ਇਹ ਕੋਈ ਨਵਾਂ ਪ੍ਰੋਜੈਕਟ ਬਣਨਾ ਸੀ, ਇਹ ਉਹ ਤਿਆਰ ਕਿਉਂ ਨਹੀਂ ਹੋਈ ਆ ਔਰ ਸਾਹਮਣੇ ਕਿਉਂ ਨਹੀਂ ਲਿਆਉਂਦੇ, ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ। ਬਾਕੀ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਆ। ਇੱਕ ਕਿਤਾਬ ਦੀ ਪੜਤਾਲ ਕੱਲ੍ਹ ਨੂੰ ਸ਼ੁਰੂ ਹੋਣੀ। 15 ਨੂੰ ਸਰਕਾਰ ਨੂੰ ਕੋਈ ਅਲਟੀਮੇਟਮ ਹੀ ਦੇ ਰਹੇ ਹੋ? ਬਿਲਕੁਲ ਅਲਟੀਮੇਟਮ ਤਾਂ ਦੇਵਾਂਗੇ, ਕੁਝ ਦਿਨਾਂ ਦਾ ਸਮਾਂ ਜੋ ਨਵੀਂ ਸਰਕਾਰ ਬਣ ਰਹੀ ਹੈ ਤੇ ਇਸ ਕਰਕੇ ਵੈਸੇ ਤਾਂ ਜੇ ਪਹਿਲੀ ਸਰਕਾਰ ਹੁੰਦੀ ਤੇ ਫਿਰ ਤਾਂ ਅਲਟੀਮੇਟਲੀ ਫਿਰ ਤਾਂ ਕੁਝ ਹੋਰ ਹੋਣਾ ਸੀ, ਪਰ ਹੁਣ ਇੱਕ ਵਾਰ ਨਵੀਂ ਸਰਕਾਰ ਨੂੰ ਕੁਝ ਨਾ ਕੁਝ ਸਮਾਂ ਜਿਹੜਾ ਉਹ ਦੇਣਾ ਪਵੇਗਾ ਤੇ ਬਾਕੀ ਅੱਗੇ ਫਿਰ